ਹੁੰਗਾਰਾ ਤਾਂ ਤੁਹਾਡੇ ਸਾਹਮਣੇ ਆ, ਜਿਹੜਾ ਜਜ਼ਬਾ ਸਾਡੀ ਜਵਾਨੀ ਦੇ ਅੰਦਰ ਆ ਤੇ ਜਿਹੜਾ ਤਜਰਬਾ ਸਾਡੇ ਬਜ਼ੁਰਗਾਂ ਕੋਲੇ ਆ, ਜਿਹੜੀਆਂ ਸ਼ਖਸੀਅਤਾਂ ਨੇ ਅੱਜ ਸ਼ਮੂਲੀਅਤ ਕੀਤੀ ਆ। ਸੋ ਇੱਕ ਬਹੁਤ ਹੀ ਸੂਝਵਾਨ ਇੰਟੈਲੈਕਚੁਅਲ ਵਰਗ ਨਾਲ ਜੋਸ਼ ਵੀ, ਸੋ ਸਾਰਾ ਕੁਝ ਮਿਲ ਕੇ ਅੱਜ ਦਾ ਮੈਨੂੰ ਐਂ ਲੱਗਦਾ ਵੀ ਇਹ ਮੋਰਚਾ ਆਰੰਭ ਹੋਇਆ। ਐਡਾ ਜੋਸ਼ ਵੀ ਸੀ ਵੀ ਸੜਕ ਵੀ ਰੋਕਤੀ ਸੀ, ਉਹਨਾਂ ਨੂੰ ਵੀ ਸਮਝਾਉਣਾ ਪਿਆ, ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਨੀ ਪਈ। ਤਾਂ ਸਾਡੇ ਦੇਖੋ ਸਾਡੇ ਤੇ ਇਲਜ਼ਾਮ ਕਿੰਨੇ ਲੱਗਦੇ ਰਹੇ ਆ, ਇਹਨਾਂ ਸਾਰੇ ਨੌਜਵਾਨਾਂ ਤੇ ਇਲਜ਼ਾਮ ਲੱਗਦੇ ਰਹੇ ਆ, ਧੋਤੇ ਬਾਈ ਰਾਤੋਂ ਰਾਤ ਹੀ ਧੋਤੇ। ਪਰ ਨੌਜਵਾਨ ਨਿਰਾਸ਼ ਗਏ ਨੇ, ਉਹ ਕਹਿੰਦੇ ਵੀ ਸਾਨੂੰ ਸੜਕ ਰੋਕਣ ਤੋਂ ਰੋਕਤਾ, ਦੀਪ ਸਿੱਧੂ ਬਾਈ ਪੁਲਿਸ ਨਾਲ ਆ ਕੇ ਜਾਮ ਖੁਲਾ ਗਿਆ ਤੇ ਇਸ ਤਾਂ 4-4 ਦਿਨ ਲਈ ਆਏ ਸੀਗੇ। ਉਹਨੇ ਬੈਗ ਦਿਖਾਏ ਮੈਨੂੰ, ਕਹਿੰਦੇ ਬੈਗ ਲੈ ਕੇ ਆਏ ਸੀਗੇ, ਅਸੀਂ ਤਾਂ ਪੱਕੇ ਮੋਰਚੇ ਵਜੋਂ ਆਏ ਸੀਗੇ ਤੇ ਸਾਨੂੰ ਨਿਰਾਸ਼ਾ ਹੋਈ ਹੈ। ਨਹੀਂ, ਮੋਰਚਾ ਤਾਂ ਪੱਕਾ ਹੀ ਆ, ਪਰ ਪੱਕੇ ਮੋਰਚੇ ਦਾ ਮਤਲਬ ਇਹ ਨਹੀਂ ਅਸੀਂ ਲੋਕਾਂ ਨੂੰ ਤੰਗ ਕਰੀਏ। ਕੀ ਕਰ ਲਾਂਗੇ ਅਸੀਂ ਅੱਜ ਸੜਕ ਤੇ ਬਹਿ ਕੇ? ਤੁਸੀਂ ਵੀ ਸਿਆਣੇ ਹੋ, ਫੋਰਸ ਬੁਲਾ ਕੇ ਘੰਟੇ ਚ ਅੱਧੇ ਘੰਟੇ ਚ ਇਹਨਾਂ ਨੇ ਤਾਂ ਵਿਹਲਾ ਕਰਾ ਲੈਣਾ, ਫੇਰ ਕਿੱਧਰ ਜਾਣਗੇ ਬੈਗ? ਕਹਿੰਦੇ ਜੇ ਫਿਰ ਸੜਕ ਦੇ ਕਿਨਾਰੇ ਤੇ ਹੀ ਬੈਠਣਾ, ਕਹਿੰਦੇ ਫਰੀਦਕੋਟ ਹੀ ਬੈਠ ਜਾਂਦੇ ਆ, ਬਠਿੰਡੇ ਹੀ ਬੈਠ ਜਾਂਦੇ ਆ, ਫਿਰ ਸ਼ੰਭੂ ਜ਼ਰੂਰ ਬੈਠਣਾ। ਮੈਂ ਦੱਸਦਾ ਤੁਹਾਨੂੰ, ਇੱਕ ਸਿੰਬੋਲਿਕ ਲੜਾਈ ਵੀ ਤੁਹਾਨੂੰ ਲੜਨੀ ਪੈਂਦੀ ਹੈ, ਇੱਕ ਸੋਚ ਪੈਦਾ ਕਰਨੀ ਪੈਂਦੀ ਹੈ। ਸੜਕ ਤੇ ਬੈਠਣ ਦਾ ਟਾਈਮ ਆਊਗਾ ਜਦੋਂ 4-10 ਸੂਬੇ ਹੋਰ ਤੁਹਾਡੇ ਨਾਲ ਸਹਿਮਤ ਹੋਏ, ਤੁਹਾਡੀ ਇਹ ਲੜਾਈ 'ਚ ਉਹਨਾਂ ਦੀ ਭਾਗੀਦਾਰੀ ਵੀ ਹੋਈ ਤੇ 10 ਸੂਬਿਆਂ 'ਚ ਲੋਕ ਸੜਕਾਂ ਤੇ ਬੈਠੇ ਹੋਏ, ਰਾਤੇ ਰਾਤ ਇਸ ਸੰਘਰਸ਼ ਦੇ ਸਿੱਟੇ ਮਿਲਣਗੇ ਸਾਨੂੰ। ਜੇ ਅੱਜ ਇਕੱਲੇ ਪੰਜਾਬ ਵਾਲੇ ਜਾਂ ਸਾਡੇ ਬੰਦੇ ਇੱਥੇ ਸੜਕ ਤੇ ਬਹਿ ਗਏ, 1 ਘੰਟੇ 'ਚ ਸੰਘਰਸ਼ ਖਿਲਰ ਜੂ। ਪਰ ਲੱਗਦਾ ਨਹੀਂ ਕਿ ਜੇ ਠੀਕ ਹੈ ਕਿ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਲੋਕ ਪ੍ਰਭਾਵਿਤ ਹੁੰਦੇ ਨੇ, ਕਿਸੇ ਵੀ ਜਿਹੜਾ ਇੱਕ ਪ੍ਰੋਟੈਸਟ ਦਾ ਤਰੀਕਾ ਹੈ ਉਹ ਤਾਂ ਇਹੀ ਹੈ। ਨਹੀਂ, ਇਹ ਨਹੀਂ ਆ ਤਰੀਕਾ, ਅਸੀਂ ਇਹ ਤਰੀਕਾ ਸਿੱਖਿਆ ਇਹ ਆ। ਅਸਲ ਤਰੀਕਾ ਕੀ ਆ? ਦੇਖੋ, ਰੈਜ਼ਿਸਟੈਂਸ ਆ, ਰੈਜ਼ਿਸਟੈਂਸ ਤੁਹਾਨੂੰ ਪੈਸਿਵ ਰੱਖਣੀ ਪੈਂਦੀ ਆ, ਐਕਟਿਵ ਨਹੀਂ ਕਰਨੀ ਪੈਂਦੀ। ਪੈਸਿਵ ਰੈਜ਼ਿਸਟੈਂਸ ਰੱਖੋਗੇ ਨਾ, ਲੋਕਾਂ ਦਾ ਘੱਟ ਤੋਂ ਘੱਟ એનર્ਜੀ ਲੱਗੇ, ਘੱਟ ਤੋਂ ਘੱਟ ਲੋਕਾਂ ਤੇ ਕੋਈ ਤਸ਼ੱਦਦ ਹੋਵੇ, ਘੱਟ ਤੋਂ ਘੱਟ ਲੋਕ ਸਫਰ ਕਰਨ। ਬਾਈ ਜੀ, ਅੱਜ ਕਿਸੇ ਦੇ ਡਾਂਗ ਵੱਜ ਜਾਂਦੀ ਮੇਰੀ ਜ਼ਿੰਮੇਵਾਰੀ ਸੀ ਯਾਰ, ਕਿਸੇ ਦੇ ਸੱਟ ਵੱਜ ਜਾਂਦੀ ਮੇਰੀ ਜ਼ਿੰਮੇਵਾਰੀ ਸੀ ਯਾਰ, ਕਿਸੇ ਤੇ ਗੋਲੀ ਚੱਲ ਜਾਂਦੀ ਮੇਰੀ ਜ਼ਿੰਮੇਵਾਰੀ ਸੀ। ਮੇਰੀ ਰੂਹ ਨੇ ਤਾਂ ਮੈਨੂੰ ਜਿਉਣ ਹੀ ਨਹੀਂ ਦੇਣਾ। ਤੁਹਾਡੀ ਗੱਲ ਮੰਨੀ ਨਹੀਂ ਉਹਨਾਂ ਨੇ, ਉਹ ਬੈਠੇ ਸੀਗੇ। ਨਹੀਂ ਬਾਈ ਜੀ, ਮੰਨ ਕੇ ਉੱਠੇ ਕਿਵੇਂ? ਦੇਰ ਬਾਅਦ ਉੱਠੇ। ਹਾਂ, ਦੇਰ ਬਾਅਦ। ਉਹੀ ਦੇਖੋ, ਹੁਣ ਦੇਰ ਬਾਅਦ ਉੱਠੇ, ਚਾਹੇ ਪਹਿਲਾਂ ਉੱਠ ਗਏ, ਕੁਝ ਪਹਿਲਾਂ ਉੱਠ ਕੇ ਕੁਝ ਦੇਰ ਬਾਅਦ ਉੱਠੇ ਤਾਂ ਸਹੀ ਨਾ। ਗੱਲ ਤਾਂ ਉਹਨਾਂ ਨੂੰ ਜ਼ਿਆਦਾ, ਉਹ ਕਹਿੰਦੇ ਲੜਾਈ ਸਾਨੂੰ ਇਸ ਤਰ੍ਹਾਂ ਦੀ ਲੜਾਈ ਨਹੀਂ ਭਾਲਦੇ ਸੀਗੇ, ਸੜਕ ਦੇ ਕਿਨਾਰੇ ਬੈਠੇ ਰਹੋ। ਦੇਖੋ, ਫਿਰ ਮੈਂ ਐਂ ਕਹਿੰਦਾ, ਮੈਂ ਨਾਲ ਬਹਿ ਜਾਣਾ ਸੜਕ ਤੇ, ਉਸ ਲੜਾਈ ਚੋਂ ਨਿਕਲਿਆ ਆਊਗਾ ਕੁਝ। ਉਹੀ ਕਹਿ ਰਹੇ ਆ ਵੀ ਨਹੀਂ ਨਿਕਲਣਾ ਬਾਈ। ਉਹ ਕਹਿੰਦੇ ਆ ਵੀ ਚਲੋ ਕੋਈ ਨਹੀਂ, ਕੁੱਟ ਖਾ ਕੇ ਘਰਾਂ ਨੂੰ ਵਗ ਜਾਂਗੇ। ਕਿਉਂ ਵਗ ਜਾਂਗੇ ਬਾਈ? ਅਸੀਂ ਕੁੱਟ ਖਾ ਕੇ, ਅਸੀਂ ਦੱਬਣ ਦਿੱਲੀ ਨੂੰ ਆਏ ਆ, ਕੁੱਟ ਖਾ ਕੇ ਅਸੀਂ ਘਰਾਂ ਨੂੰ ਵਗ ਜਾਂਗੇ। ਕਿਹੜੀ ਮਾਂ ਵਾੜੂਗੀ ਸਾਨੂੰ ਵੀ ਤੂੰ ਤਾਂ ਡੰਡੇ ਖਾ ਕੇ ਆ ਗਿਆ? ਅਸੀਂ ਕੁੱਟ ਖਾ ਕੇ ਘਰਾਂ ਨੂੰ ਨਹੀਂ ਜਾਣਾ, ਅਸੀਂ ਉਹਨਾਂ ਨੂੰ ਆਵਾਜ਼ ਪਹੁੰਚਾਉਣੀ ਆ ਉੱਥੇ, ਉਹਨਾਂ ਨੂੰ ਹਿਲਾਉਣਾ। ਕਿਵੇਂ ਹਿਲਾਉਣਾ? ਇਹੀ ਸਵਾਲ ਹੈ, ਕਿਵੇਂ ਹਿਲਾਉਣਾ? ਹਾਂ, ਇਹੀ ਗੱਲ ਆ। ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਸਾਨੂੰ ਇਹ ਗੱਲ ਸਿੱਖਣੀ ਪਊਗੀ ਵੀ ਸਾਨੂੰ ਆਪਣੀ ਸੋਚ ਵੰਡਣੀ ਪੈਣੀ ਆ, ਇੱਕ ਨੈਰੇਟਿਵ ਸਿਰਜਣਾ ਪੈਣਾ। ਉਹ ਨੈਰੇਟਿਵ ਇਕੱਲੇ ਪੰਜਾਬ ਤੱਕ ਸੀਮਤ ਨਾ ਰਹੇ, ਉਹ ਨੈਰੇਟਿਵ ਬਾਕੀ ਰਾਜਾਂ 'ਚ ਵੀ ਜਾਵੇ ਵੀ ਲੋਕਾਂ ਨਾਲ ਧੱਕਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ ਆ, ਲੋਕਾਂ ਨਾਲ ਧੱਕਾ ਹੋ ਰਿਹਾ। ਸਾਥ ਦੇਣਗੇ ਰਾਜ ਆਪਣੇ? ਦੇਣਗੇ ਬਾਈ। ਮੈਂ ਇਹ ਕਹਿਣਾ ਵੀ ਜੀ ਤੁਸੀਂ ਕਹੋਗੇ 13 ਦਿਨਾਂ 'ਚ ਹੀ ਅਸੀਂ, 15 ਦਿਨਾਂ 'ਚ ਹੀ ਅਸੀਂ ਹਿੱਲ ਗਏ ਤੇ ਸਾਥ ਕਿਉਂ ਨਹੀਂ ਮਿਲ ਰਿਹਾ, ਫਿਰ ਤਾਂ ਗੱਲ ਨਹੀਂ ਬਣਨੀ ਨਾ। ਸੰਘਰਸ਼ ਲੰਬੇ ਲੜਨੇ ਪੈਂਦੇ ਹੁੰਦੇ ਆ। ਅਗਲੀ ਗੱਲ, ਜੇ ਉਰੇ ਲੋਕ ਘਟਣ ਲੱਗੇ, ਅੱਜ ਵੱਡਾ ਇਕੱਠ ਸੀਗਾ, ਕੱਲ ਨੂੰ ਘਟਣ ਲੱਗ ਗਿਆ, ਪਰਸੋਂ ਨੂੰ ਹੋਰ ਘਟਣ ਲੱਗ ਗਿਆ, ਫਰਕ ਪਊਗਾ? ਘਟਦਾ ਨਹੀਂ ਹੁੰਦਾ। ਪਿਛਲੀ ਵਾਰੀ ਸਾਂਝਾ ਸੱਦਾ ਸੀ, ਇਸ ਵਾਰ ਮੈਂ ਇਕੱਲੇ ਨਹੀਂ ਕਿਹਾ ਸੀ। ਕੋਈ ਫਰਕ ਦਿਖਿਆ ਤੁਹਾਨੂੰ? ਨਹੀਂ, ਅੱਜ ਜਜ਼ਬਾ ਪੂਰਾ ਸੀਗਾ, ਹਨਾ? ਸੋ ਇਸ ਕਰਕੇ ਘਟਦਾ ਨਹੀਂ ਹੁੰਦਾ। ਘੱਟ ਗਿਣਤੀ ਵੀ ਕੋਈ ਬਾਲੀ ਵੱਡੀ ਸਾਡੀ ਉਹ ਨਹੀਂ ਹੁੰਦੀ ਵੀ ਫਿਕਰ ਪੈ ਜੇ। ਇਹ ਤੁਹਾਡਾ ਸਿਧਾਂਤ ਕਰੜਾ ਹੋਣਾ ਚਾਹੀਦਾ। ਜਦੋਂ ਤੁਹਾਡੇ ਕੋਲੇ ਤੁਹਾਡੀ ਰਣਨੀਤੀ ਤੈਅ ਆ, ਤੁਹਾਡੇ ਕੋਲੇ ਪਲਾਨ ਬੀ ਆ। ਹੁਣ ਮੇਰੀ ਗੱਲ ਸੁਣੋ, ਅਸੀਂ ਇੱਥੇ ਬਹਿ ਜਾਂਦੇ, ਸਾਰਾ ਕੁਝ ਰੋਕ ਦਿਓ ਪੰਜਾਬ 'ਚ, ਸਾਰੇ ਟੋਲ ਰੋਕ ਦਿਓ, ਸੈਂਟਰ ਨੇ ਐਮਰਜੈਂਸੀ ਲਾ ਦੇਣੀ ਆ, ਸੰਘਰਸ਼ ਖਤਮ। ਤੁਸੀਂ ਤਾਂ ਪਹਿਲਾਂ ਕਹਿੰਦੇ ਰਹੇ ਬਾਰਡਰ ਸੀਲ ਕਰਾਂਗੇ, ਬਾਰਡਰ ਸੀਲ ਕਰਾਂਗੇ। ਭਾਈ ਜੀ, ਬਾਰਡਰ ਸੀਲ ਕਰਾਂਗੇ, ਬਾਰਡਰ ਸੀਲ ਦਾ ਵੀ ਟਾਈਮ ਆਊਗਾ, ਅਸੀਂ ਬਾਰਡਰ ਸੀਲ ਕਰਾਂਗੇ। ਇਸੇ ਕਰਕੇ ਪੱਕਾ ਮੋਰਚਾ ਗੱਡਿਆ ਨਾ। ਬਾਰਡਰ ਅੱਜ ਹੀ ਸੀਲ ਕਰਤਾ, 2 ਘੰਟਿਆਂ 'ਚ ਠਾ ਦੇਣਗੇ।
ਠੀਕ ਹੈ ਤੁਹਾਡੀ ਗੱਲ ਹਨਾ। ਅੱਛਾ, ਇਸ ਕਰਕੇ ਇੱਕ ਜਿਹੜਾ ਇਲਜ਼ਾਮ ਲੱਗਿਆ ਇਹ ਕਿ 7 ਅਕਤੂਬਰ ਤੱਕ ਦਾ ਪਲਾਨ ਸੀਗਾ ਸਾਰੀਆਂ ਜਥੇਬੰਦੀਆਂ ਦਾ, ਜਿਹੜੀ ਕਾਲ ਦਿੱਤੀ ਆ ਤੁਸੀਂ ਕੱਲਿਆਂ ਨੇ ਦਿੱਤੀ ਬਗੈਰ ਕਿਸੇ ਦੀ ਸਹਿਮਤੀ ਲਈ, ਤਾਂ ਹੀ ਅੱਜ ਜਿਹੜੇ ਲੱਖਾ ਸਿਧਾਣਾ ਹੋਰੀ ਕਲਾਕਾਰ ਹੋਰ ਜਿਹੜੇ 25 ਤਰੀਕ ਨੂੰ ਆਏ ਸੀ ਅੱਜ ਉਹ ਇੱਥੇ ਆਏ ਨਹੀਂ। ਦੇਖੋ ਮੈਂ ਉਹਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇਹ ਗੱਲ ਕੀਤੀ ਵੀ ਕੱਲੀ MSP ਦੀ ਲੜਾਈ ਆ, ਕੱਲੀ ਕੁਛ ਛੋਟੀਆਂ ਮੋਟੀਆਂ ਸਾਡੀਆਂ ਮੰਗਾਂ ਮਨਵਾਉਣ ਦੀ ਲੜਾਈ ਆ, ਕਿ ਸਾਡੀ ਲੜਾਈ ਆ ਪੰਜਾਬ ਦੀ ਹੋਂਦ ਨੂੰ ਸਮਝ ਕੇ ਉਸ ਹੋਂਦ ਨੂੰ ਬਚਾਉਣ ਦੀ। ਕੱਲਾ ਕਿਸਾਨੀ ਦਾ ਸੰਘਰਸ਼ ਆ ਕਿ ਮਜ਼ਦੂਰਾਂ ਦਾ ਸੰਘਰਸ਼ ਵੀ ਆ, ਕਿ ਆੜਤੀਆਂ ਦਾ ਸੰਘਰਸ਼ ਵੀ ਆ, ਕਿ ਜਵਾਨਾਂ ਦਾ ਸੰਘਰਸ਼ ਵੀ ਆ, ਕਿ ਹੋਰ ਹਰ ਉਸ ਵਰਗ ਦਾ ਸੰਘਰਸ਼ ਆ ਜਿਹੜਾ ਸਰਕਾਰ ਦੀਆਂ ਮਾੜੀ ਨੀਤੀਆਂ ਤੋਂ ਜਾਂ ਕੁਝ ਇਹੋ ਜਿਹੇ ਕਾਨੂੰਨਾਂ ਤੋਂ ਤੰਗ ਆ। ਉਹ ਕਹਿੰਦੇ ਇਹਦੇ ਤੇ ਤਾਂ ਅਸੀਂ ਅਜੇ ਵਿਚਾਰ ਕਰਾਂਗੇ। ਕਹਿੰਦੇ ਹਾਲੇ ਲੜਾਈ ਕਿਸਾਨੀ ਦੀ ਹੈ। ਹਾਂ, ਗੱਲ ਕੱਲੀ ਦੇਖੋ ਉਭਾਰ ਆ ਨਾ ਜਿਹੜੇ ਉਹ ਰੋਜ਼-ਰੋਜ਼ ਨਹੀਂ ਆਉਂਦੇ ਹੁੰਦੇ। ਉਭਾਰ ਨੇ ਇੱਕ ਟਾਈਮ ਆ ਕੇ ਫਲੇਅਰ ਅਪ ਹੋ ਜਾਂਦਾ, ਪਰ ਉਹਦੇ ਪਿੱਛੇ ਮਾਂ ਬੋਲੀ ਦਾ ਮਸਲਾ ਵੀ ਪਿਆ, ਉਹਦੇ ਪਿੱਛੇ ਨਸ਼ਿਆਂ ਦਾ ਮਸਲਾ ਵੀ ਪਿਆ, ਉਹਦੇ ਪਿੱਛੇ ਬੇਰੁਜ਼ਗਾਰੀ ਦਾ ਮਸਲਾ ਵੀ ਪਿਆ। ਸਾਰੇ ਇਕੱਠੇ ਕਿਵੇਂ ਨਜਿੱਠ ਲਓਗੇ ਦੀਪ ਸਿੱਧੂ ਸਾਹਿਬ? ਇਕੱਠੇ ਨਹੀਂ ਨਜਿੱਠੀ ਜਾਂਦੇ ਹੁੰਦੇ, ਤੁਹਾਨੂੰ ਪ੍ਰਾਇੋਰਟਾਈਜ਼ ਕਰਨੇ ਪੈਂਦੇ ਹੁੰਦੇ ਆ। ਪਰ ਇਹ ਸਮਝ ਤਾਂ ਹੋਣੀ ਚਾਹੀਦੀ ਆ ਵੀ ਮਸਲੇ ਸਾਰੇ ਆ, ਸਮੁੱਚਤਾ 'ਚ ਸਾਨੂੰ ਸਮਝ ਹੋਣੀ ਚਾਹੀਦੀ ਆ ਇਸ ਗੱਲ ਦੀ। ਜੇ ਕਿਸਾਨ ਜਥੇਬੰਦੀਆਂ ਕਹਿਣ ਅੱਜ ਸਰਕਾਰਾਂ ਨਾਲ ਬਹਿ ਜਾਣ MSP ਲੈ ਕੇ ਤੇ ਮੁੜ ਕੇ ਸਭ ਕੁਝ ਇਸ ਸੰਘਰਸ਼ ਨੂੰ ਉੱਥੇ ਹੀ ਰੱਖਿਆ ਹੋਣ ਤੇ ਮੁੜ ਕੇ ਖਤਮ ਹੋ ਗਏ ਨਾ। ਇਹ ਗੱਲ ਦੀ ਸੋਚ ਪੈਦਾ ਕਰਨ ਦਾ ਜਦੋਂ ਮੈਂ ਗੱਲ ਕਰਦਾ ਕੀ ਆ, ਸੋਚ ਪੈਦਾ ਕਰਨੀ ਇਹੀ ਆ। ਸਮਝੋ ਮਸਲੇ ਹੋਰ ਬਹੁਤ ਆ, ਇਸ ਕਰਕੇ ਸੰਘਰਸ਼ ਲੰਬਾ ਲੜਨਾ ਪਊਗਾ। ਕੱਲੀ MSP ਜਾਂ ਆਰਡੀਨੈਂਸ ਵਾਪਸ ਲੈ ਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਰੁਕਣੀਆਂ, ਸਾਡੇ ਕਰਜ਼ੇ ਨਹੀਂ ਮਾਫ ਹੋਣੇ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਸਹਿਮਤ ਆ, ਪਰ ਤੁਸੀਂ ਇੱਕ ਗੱਲ ਕਹੀ ਕਿ ਰੇਲਾਂ ਰੋਕਣ ਦਾ ਤਰੀਕਾ ਵੀ ਪੁਰਾਣਾ ਹੈ। ਤੁਸੀਂ ਕਿਸਾਨ ਯੂਨੀਅਨ ਤੇ ਵੀ ਇਹ ਸਵਾਲ ਚੁੱਕ ਦਿੱਤੇ। ਬਾਈ ਜੀ ਕਿਉਂ ਪੁਰਾਣਾ? ਅਸੀਂ ਬਹੁਤ ਕਾਹਲੀ ਕਰ ਜਾਂਦੇ ਆ। ਰੇਲਾਂ ਅੱਜ ਹਰਿਆਣੇ ਨੇ ਰੋਕੀਆਂ, ਹੁਣ ਰਾਜਸਥਾਨ ਨੇ ਰੋਕੀਆਂ, ਹੁਣ MP ਨੇ ਰੋਕੀਆਂ, ਹੁਣ ਤੁਸੀਂ ਉਸ ਲੈਵਲ ਤੱਕ ਤਾਂ ਲੈ ਕੇ ਜਾਓ ਨਾ। ਲਾਮਬੰਦੀ ਦਾ ਮਤਲਬ ਕੀ ਹੁੰਦਾ? ਲਾਮਬੰਦੀ ਇਕੱਲੇ ਪੰਜਾਬ ਤਾਂ ਹੀ ਕਰਕੇ ਅਸੀਂ ਬਹੁਤ ਕੀਤੀ ਆ, ਪਹਿਲਾਂ ਵੀ ਸਰਬੱਤ ਖਾਲਸਾ ਵੇਲੇ ਹੋਈ, ਬਰਗਾੜੀ ਵੇਲੇ ਹੋਈ, ਪੰਜਾਬ ਪੱਧਰ ਤੇ ਹੋਈ। ਸਰਕਾਰ ਦੀ ਕੋਈ ਮਜਬੂਰੀ ਨਹੀਂ ਬਣੀ। ਜਦੋਂ ਤੱਕ ਸਰਕਾਰ ਦੀ ਕੋਈ ਰਾਜਸੀ ਮਜਬੂਰੀ ਖੜੀ ਨਹੀਂ ਕਰਦੇ, ਸਰਕਾਰ ਨੇ ਤੁਹਾਡੇ ਹਿੱਤ ਤੁਹਾਨੂੰ ਨਹੀਂ ਦੇਣੇ। ਕੀ ਹੈ ਰਾਜਸੀ ਮਜਬੂਰੀ? ਰਾਜਸੀ ਮਜਬੂਰੀ ਇਹ ਹੈ ਵੀ ਉਹਨਾਂ ਨੂੰ ਜਦੋਂ ਤੱਕ ਪਤਾ ਇਹ ਨਹੀਂ ਲੱਗਦਾ ਵੀ ਸਾਡੀਆਂ ਵੋਟਾਂ ਗਈਆਂ, ਸਾਡੀਆਂ ਸੀਟਾਂ ਗਈਆਂ, ਉਦੋਂ ਤੱਕ ਤੁਹਾਡੇ ਹੱਕ ਨਹੀਂ ਮਿਲਣੇ। ਪੰਜਾਬ 13 ਸੀਟਾਂ ਨੇ, 2 BJP ਨੂੰ, 2 ਅਕਾਲੀ ਦਲ ਨੂੰ, 4-5 ਕਾਂਗਰਸ, ਇਦਾਂ ਹੀ ਚੱਲੀ ਜਾਂਦਾ। ਜਵਾਬ ਮੇਰਾ ਤੁਸੀਂ ਉਹ ਦੇਤਾ। ਇਸੇ ਕਰਕੇ ਤਾਂ ਮੈਂ ਕਹਿ ਰਿਹਾ ਬਾਕੀ ਸੂਬਿਆਂ ਨੂੰ ਜੋੜੋ। ਸਾਰੇ ਸੂਬੇ ਤਾਂ ਸਰਕਾਰ ਨਾਲ ਸਹਿਮਤ ਨਹੀਂ ਹੈ ਨਾ। ਭਾਜਪਾ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਦੇਖੋ ਤੁਸੀਂ ਨਾਲ ਬਾਰਡਰ ਨਹੀਂ ਟੱਪਣ ਦਿੰਦੇ। ਹਰਿਆਣਾ 'ਚ BJP ਦੀ ਸਰਕਾਰ ਹੈ, ਕੁੱਟਦੇ ਨੇ। ਚ ਵੀ ਹੁਣ ਵਿਰੋਧ ਹੋ ਰਿਹਾ। 6 ਤਰੀਕ ਨੂੰ 17 ਦੀਆਂ 17 ਜਥੇਬੰਦੀਆਂ ਸਰਸੇ ਚੁਟਾਲੇ ਦੇ ਘਰ ਦਾ ਘਿਰਾਓ ਕਰ ਰਹੀਆਂ। ਮਤਲਬ ਹੋ ਗਿਆ ਸ਼ੁਰੂ ਕੰਮ ਹਰਿਆਣੇ 'ਚ ਵੀ। ਇਸੇ ਤਰ੍ਹਾਂ UP 'ਚ ਵੀ ਵਿਦਰੋਹ ਹੋ ਰਿਹਾ। ਇਸੇ ਤਰ੍ਹਾਂ ਇਹ ਜਿਹੜਾ ਬਿਹਾਰ 'ਚ ਵੀ ਪ੍ਰੋਟੈਸਟ ਹੋਇਆ। ਇਸੇ ਤਰ੍ਹਾਂ ਮਹਾਰਾਸ਼ਟਰ ਵਾਲੇ ਵੀ ਮੇਰੇ ਟੱਚ 'ਚ ਆ, ਰਾਜਸਥਾਨ ਵਾਲੇ ਵੀ ਮੇਰੇ ਟੱਚ 'ਚ ਆ। ਪਰ ਆਪਣੇ ਤੁਹਾਡੇ ਟੱਚ 'ਚ ਰਹੇ ਨਹੀਂ ਹੈਗੇ, ਸਾਰੇ ਤੁਸੀਂ ਟੱਚ 'ਚ ਲੈ ਲੈਨੇ ਹੋ। ਜਿਹੜੇ ਆਪਣੇ ਵਾਲੇ ਸੀਗੇ ਉਹ ਪਿੱਛੇ ਹੋ ਗਏ ਨੇ। ਪਿੱਛੇ ਨਹੀਂ ਆ, ਟਾਈਮ ਲੱਗਦਾ ਹੁੰਦਾ। ਇਕੱਠਾ ਆਉਣਗੇ, ਬਿਲਕੁਲ ਇਕੱਠਾ ਸਾਰਿਆਂ ਨੇ ਹੋ ਜਾਣਾ ਹੁੰਦਾ। ਜਦੋਂ ਉਹਨਾਂ ਨੂੰ ਗੱਲ ਸਮਝਣ ਲੱਗਣੀ ਆ, ਜਦੋਂ ਅਸੀਂ ਸੰਵਾਦ ਕਰਾਂਗੇ ਗੱਲ ਉਹ ਵੀ ਸਮਝ ਜਾਣਗੇ। ਇਸ ਕਰਕੇ ਹਜੇ ਬਹੁਤ ਜਲਦੀ ਆ। ਜੇ ਅਸੀਂ ਇਸ ਐਕਟਿਵ ਰੈਜ਼ਿਸਟੈਂਸ 'ਚ ਆ ਜਾਈਏ, ਸਿੱਧੇ ਤੌਰ ਤੇ ਇਹ ਕਹਿ ਦਈਏ ਵੀ ਅਸੀਂ ਐਂ ਨਹੀਂ ਕਰਨ ਦਿੰਦੇ, ਹਨਾ, ਉਹ ਕਰਾਂਗੇ। ਪਰ ਉਹਦੇ ਲਈ ਪਹਿਲਾਂ ਹੋਰ ਸੂਬਿਆਂ ਨੂੰ ਨਾਲ ਲਓ, ਹੋਰ ਪਾਸੇ ਵੀ ਇਹੀ ਲਹਿਰ ਪੈਦਾ ਕਰੋ, ਉਦੋਂ ਬਾਅਦ ਇਹ ਗੱਲ ਅੱਗੇ ਤੁਰਨੀ ਆ। ਅਗਲਾ ਪ੍ਰੋਗਰਾਮ ਕੀ ਹੈ? ਲਾਸਟ ਸਵਾਲ। ਪ੍ਰੋਗਰਾਮ ਹਜੇ ਇਹ ਤਾਂ ਮੋਰਚਾ ਲੱਗ ਗਿਆ। ਇਹ ਕਿੰਨੇ ਦਿਨ ਚੱਲੂ? ਇਹ ਤਾਂ ਅਸੀਂ ਸੰਗਤ ਡਿਸਾਈਡ ਕਰੂਗੀ ਹੁਣ, ਹਨਾ। ਇਹ ਰਾਤ ਨੂੰ ਵੀ ਬੈਠੋਗੇ ਕਿ ਸਵੇਰੇ ਆ ਜਾ ਕਰੋਗੇ ਸ਼ਾਮ ਨੂੰ? ਨਹੀਂ, ਦੇਖੋ ਇੱਥੇ 10 ਤੋਂ 30 ਬੰਦਿਆਂ ਦੀ ਹਾਜ਼ਰੀ ਰਹੂਗੀ। ਅਸੀਂ ਵਾਰੀਆਂ ਵੰਡਾਂਗੇ। ਮੰਨ ਲਓ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਮੇਰੀ ਵਾਰੀ ਲੱਗੀ ਤਾਂ ਮੈਂ ਲਾਤੀ ਆਪਦੀ ਡਿਊਟੀ। 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤਾਈਂ ਤੁਹਾਡੀ ਲੱਗੀ ਤਾਂ ਤੁਸੀਂ ਨਿਭਾਤੀ। ਇਹ ਇਸ ਤਰ੍ਹਾਂ ਸਾਲਾਂ ਬੱਧੀ ਚੱਲੀ ਜਾਊਗਾ ਸਿੱਧੂ ਸਾਹਿਬ, ਇਦਾਂ ਕਿਨਾਰੇ ਤੇ ਬੈਠ ਕੇ ਤਾਂ ਚੱਲੀ ਜਾਊਗਾ। ਨਹੀਂ ਚੱਲਣਾ। ਕਿਉਂ ਨਹੀਂ ਚੱਲਣਾ? ਅਸੀਂ ਕਾਨੂੰਨੀ ਲਈ ਵੀ ਲੜਾਂਗੇ, ਅਸੀਂ ਲਾਮਬੰਦੀ ਵੀ ਕਰਾਂਗੇ, ਅਸੀਂ ਸੋਚ ਵੀ ਪੈਦਾ ਕਰਾਂਗੇ, ਹਨਾ। ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਣਗੀਆਂ। ਤੁਸੀਂ ਜਾਗਰੂਕਤਾ ਵੰਡਣੀ ਹੁੰਦੀ ਆ। ਸਰਕਾਰਾਂ ਨੇ ਤਾਂ ਪ੍ਰੋਪੇਗੈਂਡਾ ਪੋਲਿਟਿਕਸ ਕੀਤੀ ਆ। ਅਸੀਂ ਪ੍ਰੋਪੇਗੈਂਡਾ ਪੋਲਿਟਿਕਸ ਤੋਂ ਪਾਸੇ ਲੈ ਕੇ ਜਾਣਾ ਲੋਕਾਂ ਨੂੰ। ਉਹ ਰਾਤੇ ਰਾਤ ਨਹੀਂ ਹੋਣਾ।
ਅਦਰਵਾਈਜ਼ ਉਹਨਾਂ ਨੇ ਕਿਸੇ ਕੰਗਣਾ ਰਣੌਤ ਦਾ ਛੱਜਾ ਛੱਟ ਕੇ ਫੇਰ ਦਿਖਾ ਦੇਣਾ ਜ਼ੁਲਮ ਹੋ ਰਿਹਾ ਕੰਗਣਾ ਤੇ ਕਿਸਾਨ ਦੀ ਹੱਡੀ ਟੁੱਟਦੀ ਆ ਉਹਨੂੰ ਦਿਖਾਉਂਦੇ ਨਹੀਂ। ਸੋ ਪ੍ਰੋਪੇਗੈਂਡਾ ਪੋਲਿਟਿਕਸ ਨੂੰ ਸਮਝੋ, ਜਾਗਰੂਕਤਾ ਪੈਦਾ ਕਰਨੀ ਆ, ਅਦਰਵਾਈਜ਼ ਕੰਗਣਾ ਸੁਸ਼ਾਂਤ ਸਿੰਘ 'ਚ ਫਸੇ ਰਵਾਂਗੇ। ਸੋ ਇਸ ਯੂਥ ਨੂੰ ਅਪੀਲ ਕੀ ਹੈ ਜਿਹੜਾ ਯੂਥ ਇੱਥੇ ਆਇਆ ਹੈ, ਜਿਹੜਾ ਕੁਝ ਨਿਰਾਸ਼ ਵੀ ਅੱਜ ਨਜ਼ਰ ਆਇਆ, ਜਾਂ ਉਹਨਾਂ ਨੂੰ ਉਸ ਲੈਵਲ ਤੱਕ ਨਹੀਂ ਤੁਸੀਂ ਲੈ ਕੇ ਜਾ ਸਕੇ ਸਮਝ ਦੇ ਤੌਰ ਤੇ, ਉਹਨਾਂ ਨੂੰ ਆਪਣੇ ਨਾਲ ਕਿਵੇਂ ਜੋੜੋਗੇ ਦੁਬਾਰਾ? ਭਾਈ ਜੀ ਇੱਕੋ ਦਿਨ 'ਚ ਹਰ ਬੰਦਾ ਤੁਹਾਡੇ ਲੈਵਲ ਤੇ ਸਮਝ ਤੇ ਨਹੀਂ ਜਾਂਦਾ ਹੁੰਦਾ, ਠੀਕ ਆ। ਕੁਝ ਬੰਦੇ ਗਰਮ ਆਪਣੇ ਪੰਜਾਬ 'ਚ ਇਹ ਖਾਸ ਤੌਰ ਤੇ ਆ, ਸਾਨੂੰ ਲੜਨ ਲੜਾਉਣ ਤੇ ਚੱਕ ਦੋ ਧਰ ਲੋ ਕਰਨ ਲੱਗ ਜਾਂਦੇ ਆ। ਚੱਕ ਦੋ ਧਰ ਲੋ ਤਾਂ ਸੰਘਰਸ਼ ਖਤਮ ਹੋ ਜਾਊਗਾ। ਚੱਕ ਦੋ ਧਰ ਲੋ 'ਚ ਤਾਂ ਅੱਜ ਹੀ ਸਾਨੂੰ ਇਹ ਸਟੇਟ ਬਹੁਤ ਪਾਵਰਫੁਲ ਆ, ਇਹ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ, ਅੱਜ ਹੀ ਗੱਲ ਖਿੰਡ ਜੂਗੀ। ਇਹ ਗੱਲ ਤੁਸੀਂ ਵੀ ਸਮਝਦੇ ਹੋ, ਆ ਸਾਰੇ ਬੰਦੇ ਸਾਡੇ ਸਮਝਦੇ ਆ। ਇਸ ਕਰਕੇ ਜੇ ਕੋਈ ਬੰਦਾ ਨਿਰਾਸ਼ ਜਾਂਦਾ, ਉਸ ਬੰਦੇ ਨੇ ਇਹ ਗੱਲ ਸਮਝ ਕੇ ਵਾਪਸ ਆਉਣੀ ਆ। ਜਿਵੇਂ ਮੈਂ ਕਿਹਾ, ਇਹਨਾਂ ਦੀ ਜ਼ਿੰਮੇਵਾਰੀ ਮੇਰੀ ਆ। ਕੱਲ ਨੂੰ ਕੇਸ ਪੈ ਗਿਆ ਮੈਂ ਭੁਗਤੂੰਗਾ, ਮੇਰੇ ਤੇ ਕੇਸ ਪਊ, ਮੈਨੂੰ ਖੜਨਾ ਉਹਨਾਂ ਦੇ ਨਾਲ। ਕਿਸੇ ਦੇ ਅੱਜ ਡਾਂਗ, ਹਾਂ ਕਿਸੇ ਤੇ ਅੱਜ ਡਾਂਗ ਵਰ ਗਈ, ਕਿਸੇ ਦੇ ਰੱਬ ਨਾ ਕਰੇ ਸਿਰ ਤੇ ਸੱਟ ਵੱਜ ਗਈ, ਮੁੜ ਕੇ ਪਰਿਵਾਰ ਨੂੰ ਕੌਣ ਸਾਂਭੂ? ਮੈਨੂੰ ਹੀ ਸਾਂਭਣਾ ਪੈਣਾ। ਮੈਂ ਇਸ ਗੱਲ ਦੀ ਜ਼ਿੰਮੇਵਾਰੀ ਨਾ ਲਵਾਂ। ਸੋ ਗੱਲਾਂ ਸਮਝ ਕੇ ਹੀ ਚੱਲਣੀਆਂ ਪੈਂਦੀਆਂ ਹੁੰਦੀਆਂ। ਇਸ ਕਰਕੇ ਤੁਸੀਂ ਵੀ ਆਪਦੀ ਡਿਊਟੀ ਨਿਭਾਓ ਤੇ ਇਹ ਅਵੇਅਰਨੈਸ ਪੈਦਾ ਕਰੀਏ ਵੀ ਇਹ ਨਿਰਾਸ਼ਤਾ ਨਹੀਂ ਆ, ਇਹ ਬਹੁਤ ਵੱਡਾ ਜਜ਼ਬਾ ਤੇ ਬਹੁਤ ਵੱਡੀ ਆਸ ਦੇਤੀ ਆ ਅਸੀਂ ਪੰਜਾਬ ਨੂੰ। ਗਵਈਆਂ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਸ਼ਬਦ ਯੂਜ਼ ਕਰਿਆ, ਗਵਈਏ ਮੇਰੇ ਖਿਲਾਫ ਹੋ ਗਏ, ਗਵਈਏ ਮੇਰੇ ਵਿਰੁੱਧ ਹੋ ਗਏ। ਦੇਖੋ ਖਿਲਾਫ ਆਏ ਆ, ਉਹ ਹੈ ਤਾਂ ਸਾਡੇ ਵਾਲੇ ਹੈ ਤਾਂ ਭਰਾ ਹੀ ਆ, ਹਨਾ। ਉਹ ਅੱਜ ਨਹੀਂ ਆਏ ਪਰ ਫੇਰ ਇੱਥੇ ਹੀ ਹੋਣਗੇ, ਇਹ ਵੀ ਦੇਖ ਲਿਓ ਤੁਸੀਂ। ਚਲੋ ਬਹੁਤ ਵਧੀਆ, ਬਹੁਤ ਧੰਨਵਾਦ ਤੁਹਾਡਾ ਦੀਪ ਸਿੱਧੂ ਜੀ ਗੱਲਬਾਤ ਕਰਨ ਦੇ ਲਈ। ਸੋ ਦੀਪ ਸਿੱਧੂ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਕਿ ਕਿਸ ਢੰਗ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਲਾਮਬੰਦੀ ਦੀ ਜ਼ਰੂਰਤ ਹੈ। ਇਹ ਸੰਘਰਸ਼ ਜਿਹੜਾ ਹੈ ਉਹ ਲੰਬਾ ਚੱਲੂਗਾ ਤੇ ਹਾਲੇ ਇਸ ਸੰਘਰਸ਼ ਤੋਂ ਵੱਡੀਆਂ ਜਿੱਤਾਂ ਜਿਹੜੀਆਂ ਨੇ ਉਹ ਵੀ ਹੋਣਗੀਆਂ। ਫਿਲਹਾਲ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ, ਸ਼ੰਭੂ ਬਾਰਡਰ।